ਪਿਆਰੇ ਬੱਚਿਓ, ਅੱਜ ਆਪਾਂ ਸੰਡੇ ਸਪੈਸ਼ਲ ਜੀਕੇ ਦਾ 5ਵਾਂ ਟੌਪਿਕ ਕਰਾਂਗੇ। ਬੱਚਿਓ, ਅੱਜ ਆਪਣਾ ਜੀਕੇ ਦਾ ਟੌਪਿਕ ਹੈ ਰਾਸ਼ਟਰੀ ਚਿੰਨ੍ਹ। ਤਾਂ ਬੱਚਿਓ, ਅੱਜ ਆਪਾਂ ਰਾਸ਼ਟਰੀ ਚਿੰਨ੍ਹਾਂ ਬਾਰੇ ਪੜਾਂਗੇ। ਤਾਂ ਚਲੋ ਆਪਾਂ शुरू करिए। अपना पहला है राष्ट्रीय चिन्ह। की है अपना राष्ट्रीय चिन्ह? आ देखो तस्वीर, 3 शेरां वाली मूर्ति। बच्चों, ये राष्ट्रीय चिन्ह अशोक दे सारनाथ स्तंभ विचों लिया गया है। बच्चों, अशोक जो है वो प्राचीन समय मौर्य साम्राज्य दा एक महान राजा होया सी ਤੇ ਅਸ਼ੋਕ ਨੇ ਇਹ ਸਾਰਨਾਥ ਸਤੰਭ ਮਹਾਤਮਾ ਬੁੱਧ ਦੀ ਯਾਦ ਵਿੱਚ ਬਣਵਾਇਆ ਸੀ ਅਤੇ ਇਹ 3 ਸ਼ੇਰਾਂ ਵਾਲੀ ਮੂਰਤੀ ਇਸੇ ਸਤੰਭ ਦੇ ਉੱਪਰ ਬਣਵਾਈ ਸੀ। ਬੱਚਿਓ, ਇਸ ਨੂੰ 26 ਜਨਵਰੀ 1950 ਈਸਵੀ ਵਿੱਚ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਸੀ। ਦੂਸਰਾ, ਰਾਸ਼ਟਰੀ ਝੰਡਾ। ਤਾਂ ਬੱਚਿਓ, ਆਪਣਾ ਰਾਸ਼ਟਰੀ ਝੰਡਾ ਸਭ ਨੇ ਦੇਖਿਆ ਹੀ ਹੈ। ਆ ਦੇਖੋ ਤਸਵੀਰ। ਤਾਂ ਰਾਸ਼ਟਰੀ ਝੰਡਾ ਤਿਰੰਗਾ ਹੈ। ਇਸ ਨੂੰ ਭਾਰਤੀ ਸੰਵਿਧਾਨ ਵਿੱਚ 24 ਜੁਲਾਈ 1947 ਵਿੱਚ ਸ਼ਾਮਿਲ ਕੀਤਾ ਗਿਆ ਸੀ। ਬੱਚਿਓ, ਆਪਣੇ ਰਾਸ਼ਟਰੀ ਝੰਡੇ ਦੇ 3 ਰੰਗ ਹਨ। ਪਹਿਲਾ ਕੇਸਰੀ, ਦੂਸਰਾ ਸਫੇਦ, ਤੀਸਰਾ ਹਰਾ। ਬੱਚਿਓ, ਜੋ ਕੇਸਰੀ ਰੰਗ ਹੈ ਉਹ ਬਲੀਦਾਨ ਦਾ ਪ੍ਰਤੀਕ ਹੈ ਤੇ ਜੋ ਸਫੇਦ ਰੰਗ ਹੈ ਉਹ ਸ਼ਾਂਤੀ ਦਾ ਪ੍ਰਤੀਕ ਹੈ ਤੇ ਜੋ ਹਰਾ ਰੰਗ ਹੈ ਉਹ ਹਰਿਆਲੀ ਦਾ ਪ੍ਰਤੀਕ ਹੈ। ਬੱਚਿਓ, ਆਪਣੇ ਝੰਡੇ ਦੀ ਲੰਬਾਈ ਚੌੜਾਈ ਦਾ ਅਨੁਪਾਤ 2:3 ਹੈ। ਅਗਲਾ, ਰਾਸ਼ਟਰੀ ਗੀਤ। ਬੱਚਿਓ, ਆਪਣਾ ਰਾਸ਼ਟਰੀ ਗੀਤ ਵੰਦੇ ਮਾਤਰਮ ਹੈ। ਇਹ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਹੈ। ਕਿਸ ਵਿੱਚੋਂ? ਆਪਣੇ ਨਾਵਲ ਆਨੰਦ ਮਠ ਵਿੱਚੋਂ। ਬੱਚਿਓ, ਇਸ ਨੂੰ ਪਹਿਲੀ ਵਾਰ 1896 ਵਿੱਚ ਕਲਕੱਤਾ ਵਿੱਚ ਗਾਇਆ ਗਿਆ ਸੀ। ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ 24 ਜਨਵਰੀ 1950 ਵਿੱਚ ਸ਼ਾਮਿਲ ਕੀਤਾ ਗਿਆ ਸੀ। ਅੱਗੇ, ਰਾਸ਼ਟਰੀ ਗਾਨ। ਤਾਂ ਬੱਚਿਓ, ਆਪਣਾ ਰਾਸ਼ਟਰੀ ਗਾਨ ਜਨ ਗਣ ਮਨ ਹੈ। ਇਹ ਰਵਿੰਦਰਨਾਥ ਟੈਗੋਰ ਨੇ ਲਿਖਿਆ ਹੈ। ਆਪਣੀ ਪੁਸਤਕ ਗੀਤਾਂਜਲੀ ਵਿੱਚੋਂ ਇਸ ਨੂੰ ਲਿਖਿਆ ਗਿਆ ਹੈ। ਤਾਂ ਬੱਚਿਓ, ਇਸ ਨੂੰ ਭਾਰਤੀ ਸੰਵਿਧਾਨ ਵਿੱਚ 24 ਜਨਵਰੀ 1950 ਵਿੱਚ ਸ਼ਾਮਿਲ ਕੀਤਾ ਗਿਆ ਸੀ ਤੇ ਇਹ ਪਹਿਲੀ ਵਾਰ ਦਿੱਲੀ ਵਿੱਚ 1911 ਵਿੱਚ ਗਾਇਆ ਗਿਆ ਸੀ। ਅਗਲਾ, ਰਾਸ਼ਟਰੀ ਕੈਲੰਡਰ। ਤਾਂ ਬੱਚਿਓ, ਰਾਸ਼ਟਰੀ ਕੈਲੰਡਰ ਨੂੰ ਪਹਿਲੀ ਵਾਰ 22 ਮਾਰਚ 1957 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਦਾ ਪਹਿਲਾ ਮਹੀਨਾ ਚੇਤ ਅਤੇ ਅੰਤਿਮ ਮਹੀਨਾ ਫੱਗਣ ਹੁੰਦਾ ਹੈ। ਬੱਚਿਓ, ਇਹ ਕਨਿਸ਼ਕ ਦੇ 78 ਈਸਵੀ ਸ਼ਕ ਸੰਮਤ ਤੇ ਆਧਾਰਿਤ ਹੈ। ਕਿੰਨੇ? 78 ਈਸਵੀ ਸ਼ਕ ਸੰਮਤ ਤੇ ਆਧਾਰਿਤ ਹੈ। ਬੱਚਿਓ, ਜੇ ਆਪਾਂ ਕਨਿਸ਼ਕ ਦੀ ਗੱਲ ਕਰੀਏ ਤਾਂ ਉਹ ਕੁਸ਼ਾਨ ਵੰਸ਼ ਦਾ ਇੱਕ ਬਹੁਤ ਹੀ ਮਹੱਤਵਪੂਰਨ ਸ਼ਾਸਕ ਹੋਇਆ ਸੀ। ਇਸ ਨੂੰ ਦੂਸਰਾ ਅਸ਼ੋਕ ਵੀ ਕਿਹਾ ਜਾਂਦਾ ਹੈ। ਅਗਲਾ, ਰਾਸ਼ਟਰੀ ਫਲ। ਤਾਂ ਬੱਚਿਓ, ਆ ਦੇਖੋ, ਆ ਹੈ ਆਪਣਾ ਰਾਸ਼ਟਰੀ ਫਲ ਅੰਬ, ਜੋ ਕਿ ਬਹੁਤ ਮਿੱਠਾ ਹੁੰਦਾ ਹੈ। ਅਗਲਾ, ਰਾਸ਼ਟਰੀ ਜਾਨਵਰ। ਤਾਂ ਬੱਚਿਓ, ਆਪਣਾ ਰਾਸ਼ਟਰੀ ਜਾਨਵਰ ਚੀਤਾ ਜਾਂ ਬਾਘ ਹੈ। 1973 ਦੇ ਵਿੱਚ ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਅਗਲਾ, ਰਾਸ਼ਟਰੀ ਫੁੱਲ। ਤਾਂ ਬੱਚਿਓ, ਆਪਣਾ ਰਾਸ਼ਟਰੀ ਫੁੱਲ ਹੈ ਕਮਲ ਦਾ ਫੁੱਲ। ਇਹ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਅਤੇ ਅਧਿਆਤਮਕਤਾ ਦਾ ਪ੍ਰਤੀਕ ਮੰਨਿਆ ਗਿਆ ਹੈ। ਨੈਕਸਟ ਹੈ ਰਾਸ਼ਟਰੀ ਪੰਛੀ। ਤਾਂ ਬੱਚਿਓ, ਆਪਣਾ ਰਾਸ਼ਟਰੀ ਪੰਛੀ ਮੋਰ ਹੈ, ਜੋ ਪੈਲਾਂ ਪਾਉਂਦਾ ਹੈ। ਬੱਚਿਓ, 1963 ਵਿੱਚ ਇਸ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ ਸੀ। ਨੈਕਸਟ, ਰਾਸ਼ਟਰੀ ਨਦੀ। ਤਾਂ ਬੱਚਿਓ, ਆਪਣੀ ਰਾਸ਼ਟਰੀ ਨਦੀ ਗੰਗਾ ਹੈ। ਆ ਦੇਖੋ ਗੰਗਾ ਮਈਆ ਦੀ ਤਸਵੀਰ। ਇਸ ਨੂੰ ਭਾਰਤ ਦੀ ਸਭ ਤੋਂ ਪਵਿੱਤਰ ਅਤੇ ਲੰਬੀ ਨਦੀ ਕਿਹਾ ਗਿਆ ਹੈ। ਬੱਚਿਓ, ਇਹ ਹਿਮਾਲਿਆ ਦੀਆਂ ਪਹਾੜੀਆਂ ਦੇ ਵਿੱਚੋਂ ਨਿਕਲਦੀ ਹੈ। ਇਸ ਦੀ ਧਾਰਮਿਕ ਸੰਸਕ੍ਰਿਤੀ ਵਿੱਚ ਬਹੁਤ ਮਹਾਨਤਾ ਹੈ। ਨੈਕਸਟ, ਰਾਸ਼ਟਰੀ ਰੁੱਖ।
ਬੱਚਿਓ, ਆਪਣਾ ਰਾਸ਼ਟਰੀ ਰੁੱਖ ਬਰਗਦ ਦਾ ਰੁੱਖ ਹੈ, ਜਿਸ ਨੂੰ ਬਨੀਅਨ ਟਰੀ ਵੀ ਕਿਹਾ ਜਾਂਦਾ ਹੈ। ਇਹ ਵੀ ਪ੍ਰਾਚੀਨ ਸੰਸਕ੍ਰਿਤੀ ਦਾ ਰੁੱਖ ਮੰਨਿਆ ਗਿਆ ਹੈ। ਪੁਰਾਣੇ ਸਮੇਂ ਵਿੱਚ ਲੋਕ ਇਸ ਦੀ ਬਹੁਤ ਪੂਜਾ ਕਰਦੇ ਸਨ। ਤਾਂ ਬੱਚਿਓ, ਇਹ ਹੈ ਆਪਣੇ ਰਾਸ਼ਟਰੀ ਚਿੰਨ੍ਹ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਸਭ ਨੇ ਇਹ ਜਾਣਕਾਰੀ ਧਿਆਨ ਨਾਲ ਆਪਣੀਆਂ ਕਾਪੀਆਂ ਤੇ ਨੋਟ ਕਰਨੀ ਹੈ ਅਤੇ ਯਾਦ ਕਰਨੀ ਹੈ।